ਦਸਤਾਵੇਜ਼ YouTube ਚੈਨਲ ਤੇ ਤੁਹਾਡੇ ਆਪਣੇ ਹੀ ਨਿਰੰਜਨ ਬੋਹਾ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ। ਦੋਸਤੋ, ਇਸ ਚੈਨਲ ਤੇ ਚੱਲਦੇ ਮੇਰੇ ਲੜੀਵਾਰ ਕਾਲਮ ਕਿਤਾਬਾਂ ਬੋਲਦੀਆਂ ਤਹਿਤ ਅੱਜ ਆਪਾਂ ਗੱਲ ਕਰਾਂਗੇ ਸਾਡੇ ਨੌਜਵਾਨ ਹੋਣਹਾਰ ਗਲਪਕਾਰ ਦੀਪ ਦਾਤੇਵਾਸ ਦੀ ਦੂਸਰੀ ਮਿੱਥ ਸਵੈ ਜੀਵਨੀ ਪੁਸਤਕ ਨਾਮੀ ਬਾਰੇ। ਦੋਸਤੋ, ਇਸ ਪੁਸਤਕ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਸ ਦੇ ਟਾਈਟਲ ਤੇ ਲਿਖੀ ਮਿੱਥ ਸਵੈ ਜੀਵਨੀ ਦੀ ਇਬਾਰਤ ਪੜ੍ਹ ਕੇ ਕੁਝ ਪਲ ਲਈ ਹੈਰਾਨ ਰਹਿ ਗਿਆ ਕਿ ਸਾਹਿਤ ਦੀ ਇਸ ਨਵੀਂ ਵਿਧਾ ਨੇ ਕਦੋਂ ਜਨਮ ਲੈ ਲਿਆ। ਮਿੱਥ ਸਵੈ ਜੀਵਨੀ ਦਾ ਅਸਲ ਮਨੁੱਖੀ ਜੀਵਨੀ ਨਾਲ ਕੀ ਸੰਬੰਧ ਹੈ? ਕੀ ਇਸ ਮਿੱਥ ਸਵੈ ਜੀਵਨੀ ਰਾਹੀਂ ਕਿਸੇ ਮਿਥਿਹਾਸਕ ਘਟਨਾ ਦਾ ਪੁਨਰ ਬਿਰਤਾਂਤ ਸਿਰਜ ਕੇ ਇਸ ਨੂੰ ਸਮਕਾਲ ਦੀ ਪ੍ਰਸੰਗਿਕਤਾ 'ਚ ਭੁਗਤਾਇਆ ਗਿਆ ਹੈ? ਕੀ ਮਿੱਥ ਸਵੈ ਜੀਵਨੀ ਦਾ ਸਮਾਜ ਸ਼ਾਸਤਰੀ ਅਧਿਐਨ ਅਸਲ ਸਵੈ ਜੀਵਨੀ ਵਾਂਗ ਹੋ ਸਕਦਾ ਹੈ? ਪੁਸਤਕ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਸਾਰੇ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਹੇ ਸਨ। ਭਾਵੇਂ ਇਸ ਪੁਸਤਕ ਦੇ ਖਰੜੇ ਨੇ ਮੇਰੇ ਅੰਦਰਲੀਆਂ ਸੰਘਰਸ਼ੀ ਬਿਰਤੀਆਂ ਨੂੰ ਹੁਲਾਰਾ ਤਾਂ ਨਹੀਂ ਦਿੱਤਾ, ਪਰ ਇਸ ਦੇ ਪਾਠ ਦੌਰਾਨ ਮੇਰੀਆਂ ਜਿਗਿਆਸੂ ਬਿਰਤੀਆਂ ਕੁਝ ਨਵੇਂ ਅਨੁਭਵ ਹਾਸਲ ਕਰਨ ਲਈ ਨਿਰੰਤਰ ਕਾਰਜਸ਼ੀਲ ਰਹੀਆਂ। 4 ਕੁ ਸਾਲ ਪਹਿਲਾਂ ਇਸ ਲੇਖਕ ਦੀ ਪਲੇਠੀ ਪੁਸਤਕ ਦਾ ਆਰਟਿਸਟ ਬਾਰੇ ਆਪਣੀ ਰਾਏ ਲਿਖਦਿਆਂ ਮੈਂ ਮਹਿਸੂਸ ਕੀਤਾ ਸੀ ਕਿ ਇਸ ਅੰਦਰ ਸਾਹਿਤ ਦੇ ਖੇਤਰ ਵਿੱਚ ਕੁਝ ਨਵਾਂ ਕਰਨ ਤੇ ਨਵਾਂ ਲਿਖਣ ਦਾ ਜਜ਼ਬਾ ਬਹੁਤ ਪ੍ਰਬਲ ਰੂਪ 'ਚ ਕਾਰਜਸ਼ੀਲ ਹੈ। ਇਸ ਨਾਵਲ ਰਾਹੀਂ ਉਸ ਵੱਲੋਂ 19ਵੀਂ ਸਦੀ ਦੇ ਮੱਧ ਤੋਂ ਲੈ ਕੇ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਇੰਗਲੈਂਡ ਵਰਗੇ ਪੱਛਮੀ ਮੁਲਕ ਦੇ ਰੰਗਮੰਚ ਬਾਰੇ ਵੱਡਮੁੱਲੀ ਜਾਣਕਾਰੀ ਦੇਣ ਦੀ ਮੈਂ ਖੁੱਲ੍ਹ ਕੇ ਸ਼ਲਾਘਾ ਕੀਤੀ ਸੀ। ਹੁਣ ਉਸ ਦੀ ਦੂਸਰੀ ਪੁਸਤਕ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਸਾਹਿਤ ਦੇ ਖੇਤਰ ਵਿੱਚ ਕੁਝ ਵਿਲੱਖਣ ਕਰ ਪਾਉਣ ਦੀ ਲਾਲਸਾ ਉਹਦੇ ਦਿਲ ਦਿਮਾਗ 'ਤੇ ਪੂਰੀ ਤਰ੍ਹਾਂ ਹਾਵੀ ਪ੍ਰਭਾਵੀ ਹੋ ਗਈ ਹੈ। ਭਾਵੇਂ ਉਹ ਇਸ ਪੱਖੋਂ ਸੁਚੇਤ ਹੈ ਕਿ ਉਸ ਵੱਲੋਂ ਸਿਰਜੀਆਂ ਜਾਣ ਵਾਲੀਆਂ ਨਵੀਆਂ ਪਰੰਪਰਾਵਾਂ ਆਪਣੇ ਮਾਨਵੀ ਖਾਸੇ ਨਾਲ ਜੁੜੀਆਂ ਰਹਿਣ, ਫਿਰ ਵੀ ਨਵੇਂ ਤਜਰਬੇ ਕਰਨ ਸੰਬੰਧੀ ਉਸ ਦੀ ਦੌੜ ਵਰਗੀ ਤੇਜ਼ੀ ਕਾਰਨ ਉਸ ਨੂੰ ਥੋੜ੍ਹਾ ਸੁਚੇਤ ਰਹਿਣ ਦੀ ਸਲਾਹ ਦੇਣਾ ਮੈਂ ਜ਼ਰੂਰੀ ਸਮਝਦਾ। ਦੋਸਤੋ, ਇਹ ਮਿੱਥ ਸਵੈ ਜੀਵਨੀ ਹੈ। ਇਸ ਲਈ ਇਸ ਰਾਹੀਂ ਉੱਤਮ ਪੁਰਖੀ ਵਿਧੀ ਵਿੱਚ ਆਪਣੀ ਜੀਵਨ ਕਹਾਣੀ ਬਿਆਨਣ ਵਾਲੀ ਮੁੱਖ ਪਾਤਰ ਨਾਮਕਾ ਨਈਅਰ ਵੀ ਮਿੱਥ ਜਾਂ ਕਲਪਿਤ ਪਾਤਰ ਹੀ ਹੈ, ਅਤੇ ਇਸ ਨਾਲ ਜੁੜੀਆਂ ਘਟਨਾਵਾਂ ਵੀ ਅਸਲ ਨਾਲ ਮੇਲ ਖਾਣ ਦੇ ਬਾਵਜੂਦ ਮਿੱਥਤ ਹਨ। ਇਸ ਮਿੱਥ ਸਵੈ ਜੀਵਨੀ ਦਾ ਬਿਰਤਾਂਤ ਗਲਪੀ ਕਥਾ ਕਹਾਣੀਆਂ ਵਰਗਾ ਹੈ। ਇਸ ਲਈ ਇਸ ਨੂੰ ਮਿੱਥਤ ਸਵੈ ਜੀਵਨੀ ਮੂਲਕ ਨਾਵਲ ਦਾ ਦਰਜਾ ਵੀ ਅਸੀਂ ਦੇ ਸਕਦੇ ਹਾਂ। ਇਸ ਮਿੱਥ ਸਵੈ ਜੀਵਨੀ ਵਿਚਲਾ ਸਾਰਾ ਘਟਨਾਕ੍ਰਮ ਮੁੱਖ ਪਾਤਰ ਨਾਮੀ ਵੱਲੋਂ ਰਾਤ ਨੂੰ ਨੀਂਦ ਦੌਰਾਨ ਵੇਖੇ ਸੁਪਨਿਆਂ 'ਚ ਵਾਪਰਦਾ ਹੈ। ਸੁਪਨਿਆਂ ਦਾ ਸਾਡੇ ਅਵਚੇਤਨ ਨਾਲ ਡੂੰਘਾ ਸੰਬੰਧ ਹੋਣ ਕਾਰਨ ਮਨੋਵਿਗਿਆਨੀਆਂ ਨੇ ਇਹਨਾਂ ਬਾਰੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਨੇ, ਪਰ ਨਾਮਕਾ ਦੇ ਸੁਪਨਿਆਂ 'ਚ ਚੱਲਦੀ ਕਹਾਣੀ ਕਿਸੇ ਸੰਗਠਿਤ
ਗਲਪੀ ਰਚਨਾ ਵਰਗੀ ਹੈ। ਇਸ ਲਈ ਮਨੋਰੋਗਾਂ ਦੇ ਮਾਹਰ ਡਾਕਟਰ ਵੀ ਇਸ ਦੇ ਕਾਰਨ ਤਲਾਸ਼ ਕਰਨ ਤੋਂ ਅਸਮਰੱਥ ਨੇ। ਇੱਕ ਰਾਤ ਜਿੱਥੇ ਸੁਪਨਿਆਂ ਦੀ ਲੜੀ ਟੁੱਟਦੀ ਹੈ, ਫਿਲਮ ਵਿੱਚ ਆਏ ਬ੍ਰੇਕ ਵਾਂਗ ਫਿਰ ਉਤੋਂ ਹੀ ਦੁਬਾਰਾ ਅੱਗੇ ਤੁਰ ਪੈਂਦੀ ਹੈ। ਨਾਮਕਾ ਦਾ ਸੁਪਨੇ 'ਚ ਇੱਕ ਬੇਨਾਮ ਲੇਖਕ ਨਾਲ ਹੋਇਆ ਮੇਲ ਇੱਕ ਅਜਿਹੀ ਰਹੱਸਮਈ ਕਹਾਣੀ ਨੂੰ ਜਨਮ ਦਿੰਦਾ ਹੈ ਜਿਹੜੀ ਅੱਗੇ ਤੋਂ ਅੱਗੇ ਨਵੀਆਂ ਤੇ ਹੈਰਾਨੀਜਨਕ ਘਟਨਾਵਾਂ ਤੇ ਕਹਾਣੀਆਂ ਨੂੰ ਜਨਮ ਦੇਣ ਵਾਲੀ ਹੈ। ਸਫਲਤਾ ਦੀ ਟੀਸੀ ਤੇ ਪਹੁੰਚਣ ਤੋਂ ਬਾਅਦ ਹੇਠਾਂ ਡਿੱਗਿਆ ਇਹ ਲੇਖਕ ਆਪਣੇ ਜੀਵਨ 'ਚ ਬਹੁਤ ਨਿਰਾਸ਼ ਹੈ। ਉਹ ਆਪਣੇ ਨਾਲ ਰਹਿ ਰਹੀ ਨਾਮਕਾ ਨੂੰ ਇੱਕ ਅਜਿਹਾ ਸਫ਼ਰ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਕਿ ਉਹ ਆਪਣੇ ਜੀਵਨ ਵਿੱਚ ਪੂਰਾ ਨਹੀਂ ਕਰ ਸਕਿਆ। ਆਪਣੀ ਮੌਤ ਤੋਂ ਪਹਿਲਾਂ ਉਕਤ ਲੇਖਕ ਵੱਲੋਂ ਲਿਖੀਆਂ 10 ਚਿੱਠੀਆਂ ਨਾਮੀ ਨੂੰ ਅਕਾਊ ਤੇ ਲੰਮਾ ਸਫ਼ਰ ਕਰਨ ਲਈ ਮਜਬੂਰ ਕਰ ਦਿੰਦੀਆਂ ਨੇ। ਇਸ ਸਫ਼ਰ 'ਚ ਜਿੰਨੇ ਵੀ ਪਾਤਰ ਨਾਮੀ ਨੂੰ ਮਿਲਦੇ ਨੇ ਉਹ ਉਸ ਦਾ ਹਮਦਰਦ ਹੋਣ ਦਾ ਦਾਅਵਾ ਕਰਨ ਦੇ ਨਾਲ ਨਾਲ ਉਸ ਦੇ ਸੰਪਰਕ ਦੇ ਦੂਸਰੇ ਸਾਰੇ ਲੋਕਾਂ ਨੂੰ ਅਜਿਹੇ ਸ਼ਿਕਾਰੀ ਵਜੋਂ ਪੇਸ਼ ਕਰਦੇ ਨੇ ਜਿਹੜੇ ਕਿ ਅੰਤ ਵਿੱਚ ਉਸ ਦੀ ਮੌਤ ਦਾ ਕਾਰਨ ਬਣ ਸਕਦੇ ਨੇ। ਸਾਰੀ ਲਿਖਤ ਵਿੱਚ ਨਾਮੀ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਉਹ ਇਸ ਕੋਸ਼ਿਸ਼ ਵਿੱਚ ਸਫਲ ਹੋਵੇਗੀ ਜਾਂ ਨਹੀਂ, ਉਸ ਨਾਲ ਅੱਗੇ ਕੀ ਵਾਪਰੇਗਾ ਤੇ ਉਸ ਦਾ ਦੁਸ਼ਮਣ ਕੌਣ ਹੈ, ਇਹ ਜਿਗਿਆਸਾ ਪਾਠਕ ਨੂੰ ਅੰਤ ਤੱਕ ਇਸ ਲਿਖਤ ਨਾਲ ਜੋੜੀ ਰੱਖਦੀ ਹੈ। ਲਿਖਤ ਦੀ ਪੂਰੀ ਕਹਾਣੀ ਬਾਰੇ ਜਾਣਕਾਰੀ ਦੇਣਾ ਪੁਸਤਕ ਦੇ ਪਾਠਕਾਂ ਨਾਲ ਅਨਿਆਂ ਹੋਵੇਗਾ। ਇਸ ਲਈ ਇਸ ਨੂੰ ਪੜ੍ਹ ਕੇ ਇਸ ਬਾਰੇ ਸੁਤੰਤਰ ਰਾਏ ਬਣਾਉਣ ਦਾ ਕੰਮ ਮੈਂ ਪਾਠਕਾਂ ਤੇ ਹੀ ਛੱਡ ਰਿਹਾ। ਇਸ ਮਿੱਥ ਸਵੇ ਜੀਵਨੀ ਵਿੱਚ ਕਹਾਣੀ ਰਸ ਕਮਾਲ ਦਾ ਹੈ। ਇਸ ਲਈ ਪਾਠਕ ਇਸ ਨੂੰ ਆਸਾਨੀ ਨਾਲ ਇੱਕੋ ਬੈਠਕ 'ਚ ਪੜ੍ਹ ਸਕਦਾ ਹੈ। ਸਮੁੰਦਰੀ ਜਹਾਜ਼ ਦੀ ਯਾਤਰਾ ਸਮੇਤ ਇਸ ਵਿੱਚ ਪੇਸ਼ ਕੀਤੀ ਦ੍ਰਿਸ਼ਾਵਲੀ ਨੂੰ ਸਜੀਵਤਾ ਪ੍ਰਦਾਨ ਕਰਨ ਲਈ ਲੇਖਕ ਨੇ ਬਹੁਤ ਮਿਹਨਤ ਕੀਤੀ ਹੈ। ਕਿਤਾਬ ਦਾ ਹਰ ਪਾਤਰ ਆਪਣੇ ਦੁੱਖਾਂ ਦਰਦਾਂ ਦੀ ਇੱਕ ਨਵੀਂ ਕਹਾਣੀ ਸੁਣਾਉਂਦਾ ਹੈ, ਪਰ ਕਿਸ ਦੀ ਕਹਾਣੀ 'ਚ ਕਿੰਨਾ ਸੱਚ ਹੈ ਇਹ ਕੇਵਲ ਉਹ ਹੀ ਜਾਣਦਾ ਹੁੰਦਾ ਹੈ। ਕਿਤਾਬ ਵਿੱਚ ਜਦੋਂ ਨਾਮੀ ਗੁੰਮਨਾਮ ਲੇਖਕ ਵੱਲੋਂ ਮਿਲੀ ਚਿੱਠੀ ਦੇ ਆਧਾਰ ਤੇ ਜਾਪਾਨ ਵੱਲ ਯਾਤਰਾ ਕਰਦੀ ਹੈ ਤਾਂ ਉਹਦਾ ਬਾਅਦ ਜਾਪਾਨ ਦੇ ਕੁਝ ਜਹਾਜ਼ੀ ਕਰਮਚਾਰੀਆਂ ਨਾਲ ਵੀ ਪੈਂਦਾ ਹੈ। ਇਹ ਲੇਖਕ ਦੀ ਮਿਹਨਤ ਦਾ ਸਬੂਤ ਹੈ ਕਿ ਜਾਪਾਨ ਨਾਲ ਸੰਬੰਧਿਤ ਪਾਤਰ ਆਪਣੇ ਦੇਸ਼ ਦੀ ਮੂਲ ਭਾਸ਼ਾ ਵਿੱਚ ਹੀ ਆਪਸੀ ਗੱਲਬਾਤ ਕਰਦੇ ਨੇ। ਇਸ ਤਰ੍ਹਾਂ ਲੇਖਕ ਜਾਪਾਨੀ ਭਾਸ਼ਾ ਬਾਰੇ ਆਪਣੇ ਗਿਆਨ ਦਾ ਪ੍ਰਗਟਾਵਾ ਬਹੁਤ ਸਫਲਤਾ ਨਾਲ ਕਰ ਸਕਣ ਵਿੱਚ ਕਾਮਯਾਬ ਹੋਇਆ ਹੈ। ਮਿੱਥ ਸਵੇ ਜੀਵਨੀ ਦੇ ਪਾਤਰਾਂ ਦਾ ਆਪਸੀ ਵਾਰਤਾਲਾਪ ਕਿਤੇ ਕਿਤੇ ਦਾਰਸ਼ਨਿਕ ਰੰਗਤ ਵਾਲਾ ਵੀ ਹੈ। ਨੌਜਵਾਨ ਇਸ ਲੇਖਕ ਦੇ ਨਵੇਂ ਸਾਹਿਤਕ ਤਜਰਬੇ ਦਾ ਮੈਂ ਹਾਰਦਿਕ ਸਵਾਗਤ ਕਰਦਾ।